प्यारे विद्यार्थियों, गुड मॉर्निंग, सत श्री अकाल। प्यारे विद्यार्थियों, मेरा नाम सुखदेव सिंह, ਲੈਕਚਰਰ ਫਿਜ਼ਿਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂਪੱਤੀ ਬਰਨਾਲਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ 11ਵੀਂ ਕਲਾਸ ਦਾ ਚੈਪਟਰ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਪੜ੍ਹਾਂਗੇ। ਵਟ ਇਜ਼ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ? ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਪਤਾ ਹੋਣਾ ਚਾਹੀਦਾ ਵੀ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਹੈ ਕੀ ਆ। ਪਹਿਲੀ ਗੱਲ ਤਾਂ ਇਸਦੇ ਨਾਂ ਤੋਂ ਹੀ ਪਤਾ ਗਾ, ਵੈਕਟਰ ਐਡੀਸ਼ਨ, ਜਾਣੀ ਕਿ ਅਸੀਂ ਵੈਕਟਰਾਂ ਨੂੰ ਜੋੜਨਾ। Triangular law of vector addition states that when two vectors are represented at two sides of the triangle with the order of magnitude and direction, then third side of the triangle represent the magnitude and direction of the vector in opposite order। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਜੇ ਟ੍ਰਾਇੰਗਲ ਦੀਆਂ ਤਿੰਨ ਸਾਈਡ ਹੁੰਦੀਆਂ ਨੇ, ਜੇਕਰ ਅਸੀਂ ਜਿਹੜੇ ਦੋ ਵੈਕਟਰ ਨੂੰ ਜੋੜਨਾ ਗਾ, ਅਸੀਂ ਉਸ ਨੂੰ ਟ੍ਰਾਇੰਗਲ ਦੀਆਂ ਦੋ ਸਾਈਡ ਲੈ ਲਈਏ ਤਾਂ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਆ ਉਹ ਥਰਡ ਸਾਈਡ ਦੁਆਰਾ ਦੱਸਿਆ ਜਾਊਗਾ। ਪਰ ਇਸ ਗੱਲ ਦਾ ਅਸੀਂ ਖਿਆਲ ਰੱਖਣਾ ਗਾ, ਜਿਹੜੀਆਂ ਦੋ ਸਾਈਡ ਅਸੀਂ ਟ੍ਰਾਇੰਗਲ ਦੀਆਂ ਲੈਣੀਆਂ ਨੇ ਉਹ ਸੇਮ ਆਰਡਰ ਦੇ ਵਿੱਚ ਹੋਣੀ ਚਾਹੀਦੀ ਆ। ਜਿਹੜੀ ਰਿਜ਼ਲਟੈਂਟ ਵਾਲੀ ਸਾਈਡ ਆ ਉਹ ਓਪੋਜਿਟ ਆਰਡਰ ਦੇ ਵਿੱਚ ਹੋਣੀ ਚਾਹੀਦੀ ਆ। ਤਾਂ ਸਾਡੇ ਦਿਮਾਗ ਦੇ ਵਿੱਚ ਫਿਰ ਇੱਕ ਕੁਐਸਚਨ ਆਉਂਦਾ ਗਾ ਵੀ ਇਹ ਲਾ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਕਿਸ ਪਰਪਸ ਲਈ ਵਰਤਿਆ ਜਾਂਦਾ। ਮੈਂ ਫਿਰ ਤੁਹਾਡੇ ਧਿਆਨ 'ਚ ਲਿਆ ਦਾਂ ਵੀ ਜਿਹੜਾ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਆ ਇਹ ਅਸੀਂ ਵੈਕਟਰਾਂ ਨੂੰ ਐਡ ਕਰਨ ਲਈ ਵਰਤਦੇ ਹਾਂ। ਫਾਰ ਐਗਜ਼ਾਮਪਲ, ਮੰਨ ਲਓ ਅਸੀਂ ਦੋ ਵੈਕਟਰ ਜੋੜਨੇ ਆ, ਇੱਕ ਵੈਕਟਰ P ਆ ਅਤੇ ਇੱਕ ਵੈਕਟਰ Q ਆ। ਅਸੀਂ ਵੈਕਟਰ P ਅਤੇ Q ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਗਾ, ਇੱਕ ਵੈਕਟਰ P ਦੇ ਰਿਹਾ ਗਾ, ਇੱਕ Q ਦਿਖਾਈ ਦੇ ਰਿਹਾ। ਅਸੀਂ P ਵੈਕਟਰ ਦਾ ਹੈਡ ਅਤੇ Q ਵੈਕਟਰ ਦੀ ਟੇਲ ਨੂੰ ਐਡ ਕਰਨਾ ਗਾ। ਜਦੋਂ Q ਵੈਕਟਰ ਨੂੰ ਮੂਵ ਕਰਨਾ ਅਸੀਂ ਪੈਰਲਲ ਮੂਵ ਕਰਨਾ ਗਾ ਤਾਂ ਕਿ ਇਹਨਾਂ ਵਿਚਕਾਰ ਜੋ ਐਂਗਲ ਬਣਦਾ ਗਾ ਉਹ ਚੇਂਜ ਨਾ ਹੋਵੇ। ਤਾਂ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਆ ਉਹ ਕਿਹੜੀ ਸਾਈਡ ਦੁਆਰਾ ਦਿੱਤਾ ਜਾ ਰਿਹਾ ਗਾ? AC ਸਾਈਡ ਦੁਆਰਾ। ਤਾਂ ਉਹ ਓਪੋਜਿਟ ਆਰਡਰ ਦੇ ਵਿੱਚ ਹੋਊਗਾ। ਤਾਂ R ਇਜ਼ ਇਕੁਅਲ ਟੂ P ਪਲਸ Q। ਤਾਂ ਵੈਕਟਰ ਜਿਹੜਾ ਰਿਜ਼ਲਟੈਂਟ ਵੈਕਟਰ ਆ ਉਹ P ਅਤੇ Q ਵੈਕਟਰ ਦੀ ਐਡੀਸ਼ਨ ਦੇ ਉਹਨਾਂ ਦੇ ਰਿਜ਼ਲਟ ਨੂੰ ਦਰਸਾਉਂਦਾ ਗਾ। ਮੰਨ ਲਓ ਕੋਈ ਆਬਜੈਕਟ ਆ ਉਹ A ਤੋਂ B ਤੱਕ ਗਈ, ਫਿਰ ਉਹ B ਤੋਂ C ਤੱਕ ਗਈ, ਤਾਂ ਨੈਟ ਡਿਸਪਲੇਸਮੈਂਟ ਤਾਂ ਨੈਟ ਰਿਜ਼ਲਟ ਕਿੰਨਾ ਹੋਇਆ P ਅਤੇ Q ਦਾ, ਉਹ R ਦੁਆਰਾ ਦੱਸਿਆ ਜਾਊਗਾ P ਪਲਸ Q। ਐਨਾਲਿਟੀਕਲ ਮੈਥਡ ਆਫ ਫਾਈਂਡਿੰਗ ਵੈਕਟਰ ਐਡੀਸ਼ਨ। ਅਸੀਂ ਵੈਕਟਰ ਐਡੀਸ਼ਨ ਦੀ ਮੈਗਨੀਚਿਊਡ ਕੱਢਣ ਦੇ ਲਈ ਐਨਾਲਿਟੀਕਲ ਮੈਥਡ ਯੂਜ ਕਰ ਰਹੇ ਹਾਂ। ਅਸੀਂ ਦੋ ਵੈਕਟਰ ਲਏ ਨੇ P ਅਤੇ Q। ਲੈਟ ਟੂ ਵੈਕਟਰ P ਐਂਡ Q be represented both in magnitude and direction by two sides of triangle ABC by side AB and BC taken in the same order. Then according to the triangular law of vector addition, the resultant R is given by the third side which is in opposite order। ਇਹ ਆਪਾਂ ਨੇ opposite order ਦੇ ਵਿੱਚ ਲੈ ਲੈਣੀ ਹੈ। ਹੁਣ ਅਸੀਂ ਇਸ ਦੀ ਮੈਗਨੀਚਿਊਡ ਫਾਈਂਡ ਆਊਟ ਕਰਨੀ ਹੈ। ਕੀ ਫਾਈਂਡ ਆਊਟ ਕਰਨੀ ਹੈਗੀ? ਮੈਗਨੀਚਿਊਡ। ਤਾਂ ਪਿਆਰੇ ਵਿਦਿਆਰਥੀਓ, ਰਿਜ਼ਲਟੈਂਟ ਦੀ ਜਦੋਂ ਅਸੀਂ ਮੈਗਨੀਚਿਊਡ ਫਾਈਂਡ ਆਊਟ ਕਰਨੀ ਆ ਤਾਂ ਸਾਨੂੰ ਸਭ ਤੋਂ ਪਹਿਲਾਂ C ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡਰਾ ਕਰਨਾ ਪਊਗਾ ਜਿਹੜਾ AB ਨੂੰ ਵਧਾਉਣ 'ਤੇ E 'ਤੇ ਮਿਲਦਾ। ਵੀ ਹੈਵ ਟੂ ਡਰਾ ਪਰਪੈਂਡੀਕੂਲਰ ਫਰੋਮ ਪੁਆਇੰਟ C
C which meets AB at point E when produced. The angle between CV and BE is equal to theta. ਤਾਂ ਜਿਹੜਾ ਐਂਗਲ ਬਿਟਵੀਨ ਵੈਕਟਰ P ਤੇ Q ਆ ਉਹ ਅਸੀਂ ਥੀਟਾ ਲੈਣਾ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਐਂਗਲ ਕਿਹੜਾ ਲੈ ਲਿਆ। ਤਾਂ ਜਦੋਂ ਆਪਾਂ P ਨੂੰ ਅੱਗੇ ਵਧਾਉਣਾ ਗਾ ਤਾਂ ਜਿਹੜਾ ਐਂਗਲ ਬਾਹਰਲੀ ਸਾਈਡ 'ਤੇ ਬਣਦਾ ਗਾ ਤਾਂ ਬੱਚੋ ਉਹ ਐਂਗਲ P ਤੇ Q ਦੇ ਵਿਚਕਾਰ ਹੈ। ਹੁਣ ਸਾਡੇ ਕੋਲੇ ਜਦੋਂ ਪਰਪੈਂਡੀਕੂਲਰ ਡਰਾ ਕਰ ਲਿਆ C ਪੁਆਇੰਟ ਤੋਂ E ਪੁਆਇੰਟ ਤੱਕ ਜਿਵੇਂ ਕਿ ਡਾਇਆਗ੍ਰਾਮ ਦੇ ਵਿੱਚ ਦਿਖਾਇਆ ਗਿਆ ਤਾਂ ਸਾਡੇ ਕੋਲ ਇੱਕ ਰਾਈਟ ਐਂਗਲ ਟ੍ਰਾਇੰਗਲ ACE ਬਣ ਗਈ ਆ। ਇੱਕ ਟ੍ਰਾਇੰਗਲ ਰਾਈਟ ਐਂਗਲ ਟ੍ਰਾਇੰਗਲ ਤਾਂ ਹੋਰ ਵੀ ਹੈ BCE ਵੀ ਹੈ। ਅਸੀਂ ਸਭ ਤੋਂ ਪਹਿਲਾਂ ਰਾਈਟ ਐਂਗਲ ਟ੍ਰਾਇੰਗਲ ACE ਲੈਂਦੇ ਹਾਂ। ACE ਪਿਆਰੇ ਵਿਦਿਆਰਥੀਓ ਸਾਨੂੰ ਪਤਾ ਵੀ AC ਸਕੁਆਇਰ ਕਿਹਦੇ ਬਰਾਬਰ ਹੋਊਗਾ AE ਸਕੁਆਇਰ ਦੇ ਪਲੱਸ CE ਸਕੁਆਇਰ ਦੇ ਇਹਦੇ ਬਰਾਬਰ ਹੁੰਦਾ ਗਾ। ਸਾਨੂੰ ਇਹ ਵੀ ਪਤਾ ਗਾ ਵੀ ਜਿਹੜੀ ਸਾਈਡ ਟ੍ਰਾਇੰਗਲ ਦੀ AE ਹੈ ਉਹ ਕਿਹਦੇ ਬਰਾਬਰ ਆ AB ਪਲੱਸ BE। ਤਾਂ ਅਸੀਂ AE ਦੇ ਥਾਵੇਂ AB ਪਲੱਸ BE ਲਿਖਤਾ। ਹੁਣ ਅਸੀਂ AB ਪਲੱਸ BE ਸਕੁਆਇਰ ਨੂੰ ਖੋਲਾਂਗੇ ਤਾਂ ਤੁਹਾਡੇ ਕੋਲ ਜਿਸ ਤਰ੍ਹਾਂ A ਪਲੱਸ B ਸਕੁਆਇਰ ਦੇ ਹੋਲ ਨੂੰ ਖੋਲ੍ਹਦੇ ਆਪਾਂ ਇਸੇ ਤਰ੍ਹਾਂ ਆਪਾਂ ਇਸ ਨੂੰ ਖੋਲਾਂਗੇ ਤਾਂ ਇਹ ਕੀ ਆ ਗਿਆ AB ਸਕੁਆਇਰ ਪਲੱਸ BE ਸਕੁਆਇਰ ਪਲੱਸ 2AB ਇੰਟੂ BE ਪਲੱਸ CE ਸਕੁਆਇਰ। ਸਾਨੂੰ ਇਹ ਰਿਜ਼ਲਟ AC ਸਕੁਆਇਰ ਦਾ ਆ ਗਿਆ। ਹੁਣ ਅਸੀਂ ਇੱਕ ਛੋਟੇ ਟ੍ਰਾਇੰਗਲ BCE ਲੈਂਦੇ ਹਾਂ। BCE ਦੇ ਵਿੱਚ ਸਾਨੂੰ ਪਤਾ BE ਪਲੱਸ CE ਸਕੁਆਇਰ BE ਅਤੇ CE ਸਕੁਆਇਰ ਕਿਹਦੇ ਬਰਾਬਰ ਹੈ BC ਸਕੁਆਇਰ ਦੇ। BE ਪਲੱਸ CE ਸਕੁਆਇਰ ਕਿਹਦੇ ਬਰਾਬਰ ਹੈ BC ਸਕੁਆਇਰ ਦੇ। ਇਹ ਜਿਹੜੀ ਕੀਮਤ ਆ ਅਸੀਂ ਟ੍ਰਾਇੰਗਲ ਜਿਹੜੀ ਵੱਡੀ ਟ੍ਰਾਇੰਗਲ ABC ਦੇ ਵਿੱਚ AE ਸਕੁਆਇਰ ਪਲੱਸ CE ਸਕੁਆਇਰ ਆਦਿ ਦੇ ਵਿੱਚ ਅਸੀਂ ਭਰਾਂਗੇ। ਜਾਣੀ ਕਿ ਤੁਹਾਡੇ ਉੱਪਰਲੀ ਟ੍ਰਾਇੰਗਲ ਦੇ ਵਿੱਚ ਅਸੀਂ ਵੈਲਿਊ ਭਰਾਂਗੇ BE ਸਕੁਆਇਰ ਜਾਂ ਇਕੁਏਸ਼ਨ ਨੰਬਰ 2.08 ਦੇ ਜੋ ਉੱਪਰ ਹੈ AB ਸਕੁਆਇਰ ਪਲੱਸ BE ਸਕੁਆਇਰ ਪਲੱਸ 2AB BE ਪਲੱਸ CE ਸਕੁਆਇਰ ਦੇ ਵਿੱਚ ਭਰਾਂਗੇ। ਅਸੀਂ BE ਸਕੁਆਇਰ ਪਲੱਸ CE ਸਕੁਆਇਰ ਦੀ ਥਾਵੇਂ ਕੀ ਲਿਖਤਾ BC ਸਕੁਆਇਰ। ਤਾਂ ਫਿਰ AC ਸਕੁਆਇਰ ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ AB ਸਕੁਆਇਰ ਪਲੱਸ BC ਸਕੁਆਇਰ ਪਲੱਸ 2AB ਪਲੱਸ BE। ਫਰੋਮ ਦਾ ਰਾਈਟ ਐਂਗਲ ਟ੍ਰਾਇੰਗਲ BEC ਆਹ ਟ੍ਰਾਇੰਗਲ ਦੇ ਵਿੱਚੋਂ BEC ਦੇ ਵਿੱਚੋਂ ਸਾਨੂੰ ਪਤਾ cos ਥੀਟਾ ਬੱਚੋ ਕਿਹਦੇ ਬਰਾਬਰ ਹੁੰਦਾ ਗਾ ਬੇਸ ਬਟੇ ਹਾਈਪੋਟੇਨਿਊਜ਼। cos ਥੀਟਾ ਕਿਹਦੇ ਬਰਾਬਰ ਆ ਗਿਆ BE ਬਟਾ BC। ਤਾਂ BE ਕਿਹਦੇ ਬਰਾਬਰ ਆ ਗਿਆ ਤੁਹਾਡਾ BE ਤੁਹਾਡਾ ਬਰਾਬਰ ਆ ਗਿਆ BC cos ਥੀਟਾ ਦੇ BC cos ਥੀਟਾ ਦੇ। ਇਹ BE ਦੀ ਥਾਵੇਂ ਅਸੀਂ BC ਇਸ BE ਥਾਵੇਂ ਅਸੀਂ BC cos ਥੀਟਾ ਲਿਖਤਾ। ਤਾਂ ਸਾਡੀ ਜਿਹੜੀ ਇਕੁਏਸ਼ਨ 2.08 ਸੀ ਉਹ ਬਣ ਗਈ AC ਸਕੁਆਇਰ ਪਲੱਸ AB ਸਕੁਆਇਰ ਪਲੱਸ BC ਸਕੁਆਇਰ ਪਲੱਸ 2AB ਡੋਟ BC cos ਥੀਟਾ। AC ਨੂੰ ਅਸੀਂ ਕੀ ਲਿਆ ਸੀ ਰਿਜ਼ਲਟੈਂਟ। AB ਕਿਹਦੇ ਬਰਾਬਰ ਸੀ ਸਾਡਾ ਵੈਕਟਰ P ਦੇ ਜਿਹੜਾ ਕਿ ਡਾਇਰੈਕਸ਼ਨ ਦੇ ਮੈਗਨੀਟਿਊਡ ਦੇ ਰਿਹਾ ਹੈਗਾ ਅਤੇ BC ਕਿਹਦੇ ਬਰਾਬਰ ਸੀ ਸਾਡੀ Q ਦੇ ਇਨ ਮੈਗਨੀਟਿਊਡ। ਇਸ ਦੀ ਵੈਲਿਊ ਅਸੀਂ
इस दे विच भरती। आर स्क्वायर किहदे बराबर आ गया तुहाडा पी स्क्वायर प्लस क्यू स्क्वायर 2PQ cos थीटा। ਅਸੀਂ AC ਦੀ ਥਾਵੇਂ ਉਸ ਦੀ ਵੈਲਿਊ ਆਰ ਰਿਜ਼ਲਟੈਂਟ ਦੇ ਬਰਾਬਰ ਆਹੋ ਅਸੀਂ ਰਿਜ਼ਲਟੈਂਟ ਲਿਖਤਾ। ए बी ਤੁਹਾਡੀ P ਦੇ ਬਰਾਬਰ ਸੀ ਤਾਂ P ਲਿਖਤਾ। BC ਤੁਹਾਡੀ Q ਸੀ ਅਸੀਂ Q ਲਿਖਤਾ। 2ABBC ਥਾਵੇਂ ਅਸੀਂ 2PQ ਲਿਖਤਾ। ਤਾਂ ਰਿਜ਼ਲਟੈਂਟ ਕਿਹਦੇ ਬਰਾਬਰ ਆ ਗਿਆ ਆਰ ਸਕੁਅਰ ਬਰਾਬਰ ਆ ਗਿਆ P ਸਕੁਅਰ प्लस Q ਸਕੁਅਰ प्लस 2PQ cos थीटा। ਤਾਂ ਆਰ ਕਿਹਦੇ ਬਰਾਬਰ ਆ ਗਿਆ ਜਦੋਂ ਅਸੀਂ ਰਿਜ਼ਲਟੈਂਟ ਆਰ ਕੱਢਣਾ ਆਰ ਦੀ ਵੈਲਿਊ ਕੱਢਣੀ ਆ ਤਾਂ ਅਸੀਂ ਇਸ ਦਾ ਅੰਡਰ ਰੂਟ ਲੈ ਲਵਾਂਗੇ। ਤਾਂ ਰਿਜ਼ਲਟੈਂਟ ਬਰਾਬਰ ਆ ਗਿਆ ਤੁਹਾਡੇ P ਸਕੁਅਰ प्लस Q ਸਕੁਅਰ प्लस 2PQ cos थीटा ਇਸ ਦਾ ਅੰਡਰ ਰੂਟ। ਇਹ ਤਾਂ ਬੱਚੋ ਅਸੀਂ ਰਿਜ਼ਲਟੈਂਟ ਦੀ ਮੈਗਨੀਟਿਊਡ ਕੱਢ ਲਈ ਹੈ ਪਰ ਇਹ ਰਿਜ਼ਲਟੈਂਟ ਦੀ ਡਾਇਰੈਕਸ਼ਨ ਨਹੀਂ ਕੱਢੀ ਅਸੀਂ। ਇਸ ਰਿਜ਼ਲਟੈਂਟ ਦੀ ਡਾਇਰੈਕਸ਼ਨ ਕੱਢਣ ਵਾਸਤੇ ਸਾਨੂੰ ਇਹ ਐਂਗਲ AC ਅਤੇ AB ਦੇ ਵਿਚਕਾਰ ਐਂਗਲ ਬੀਟਾ ਲੈਣਾ ਪਿਆ। ਐਂਗਲ ਬੀਟਾ ਲੈਣਾ ਪਿਆ। ਇਹ ਐਂਗਲ ਬੀਟਾ ਦਾ ਜਿਹੜਾ ਕਿ ਸਾਨੂੰ ਇਹ ਦੱਸਦਾ ਗਾ ਵੀ AC AB ਦੇ ਨਾਲ ਕਿੰਨਾ ਐਂਗਲ ਬਣਾ ਰਿਹਾ ਜਾਣੀ ਕਿ ਬੇਸ ਤੋਂ ਇਹ ਐਂਗਲ AC ਨਾਲ ਕਿੰਨਾ ਬਣ ਰਿਹਾ। ਤਾਂ ਰਿਜ਼ਲਟੈਂਟ ਦੀ ਡਾਇਰੈਕਸ਼ਨ ਦੇਖਣ ਲਈ ਵੀ ਉਹ AB ਦੇ ਨਾਲ ਕਿੰਨਾ ਐਂਗਲ ਬਣਾ ਰਿਹਾ ਉਸ ਦੇ ਲਈ ਸਾਨੂੰ ਐਂਗਲ ਬੀਟਾ ਨਿਕਾਲਣਾ ਪਊਗਾ। Suppose that resultant R makes an angle beta with the direction of vector P, then from the right angle triangle ABC, right angle triangle AEC, ABC ਤਾਂ ਇਕੱਲੀ ਟ੍ਰਾਇੰਗਲ ਆਪਾਂ ਰਾਈਟ ਐਂਗਲ ਟ੍ਰਾਇੰਗਲ ਲੈਣੀ ਸੀ AEC। ਤਾਂ ਸਾਨੂੰ ਪਤਾ ਰਾਈਟ ਐਂਗਲ ਟ੍ਰਾਇੰਗਲ AEC ਦੇ ਵਿੱਚ ਜਿਹੜੀ AE ਸਾਈਡ ਆ ਉਹ ਬੇਸ ਆ CE ਸਾਈਡ ਪਰਪੈਂਡੀਕੂਲਰ ਆ। ਤਾਂ ਟੈਨ ਬੀਟਾ ਕਿਹਦੇ ਬਰਾਬਰ ਆ ਗਿਆ CE ਬਟਾ AE। ਤਾਂ AE ਦੀ ਥਾਵੇਂ ਅਸੀਂ AB प्लस BE ਲਿਖ ਲਿਆ। ਅਸੀਂ ਪਹਿਲਾਂ ਹੀ ਫਾਈਂਡ ਕਰ ਚੁੱਕੇ ਹਾਂ ਵੀ AB ਬਰਾਬਰ P ਲਿਖਣਾ ਗਾ BE ਬਰਾਬਰ Q cos थीटा ਦਾ। ਟੂ ਫਾਈਂਡ ਦਾ CE ਆਪਣੇ ਕੋਲ CE ਦੀ ਵੈਲਿਊ ਨਹੀਂ ਹੈਗੀ ਤਾਂ CE ਦੀ ਵੈਲਿਊ ਫਾਈਂਡ ਕਰਨ ਦੇ ਲਈ ਸਾਨੂੰ ਪਤਾ ਗਾ ਵੀ ਟ੍ਰਾਇੰਗਲ BEC ਦੇ ਵਿੱਚ ਸਾਈਨ ਥੀਟਾ इज इक्वल टू CE बटा BC। साइन थीटा इज इक्वल टू CE ओवर BC। तो CE किहदे इक्वल आ गया BC दूसरी साइड चला गया BC साइन थीटा। तो BC इज इक्वल टू Q। तो असी लिख लिया CE इज इक्वल टू Q साइन थीटा। ਤਾਂ ਤੁਹਾਡੇ ਕੋਲੇ ਟੈਨ ਬੀਟਾ ਇਕੁਅਲ ਟੂ ਆ ਗਿਆ Q ਸਾइन ਥੀਟਾ P प्लस Q cos ਥੀਟਾ। ਤਾਂ ਇਸ ਤਰ੍ਹਾਂ ਅਸੀਂ ਟੈਨ ਬੀਟਾ ਦੀ ਵੈਲਿਊ ਕੱਢ ਸਕਦੇ ਹਾਂ ਅਤੇ ਡਾਇਰੈਕਸ਼ਨਾਂ ਜਿਹੜੀ ਉਹ ਫਾਈਂਡ ਆਊਟ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ ਅਸੀਂ ਫਿਰ ਥੋੜ੍ਹਾ ਜਿਹਾ ਇਸੇ ਟੌਪਿਕ ਨੂੰ ਥੋੜ੍ਹਾ ਜਿਹਾ ਰਿਪੀਟ ਕਰ ਲਈਏ ਵੀ ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਕੀ ਹੈਗਾ। ਟ੍ਰਾਇੰਗੂਲਰ ਲਾ ਆਫ ਵੈਕਟਰ ਐਡੀਸ਼ਨ ਦੋ ਵੈਕਟਰਾਂ ਨੂੰ ਐਡ ਕਰਨ ਦੇ ਲਈ ਵਰਤਿਆ ਜਾਂਦਾ ਗਾ। ਤਾਂ ਜੇਕਰ ਅਸੀਂ ਦੋ ਵੈਕਟਰ ਨੂੰ ਜਿਹੜੇ ਕਿ ਸੇਮ ਆਰਡਰ ਦੇ ਵਿੱਚ ਹੋਣ ਟ੍ਰਾਇੰਗਲ ਦੀਆਂ ਦੋ ਸਾਈਡਸ ਲੈ ਲਈਏ ਟ੍ਰਾਇੰਗਲ ਦੀਆਂ
ਦੋ ਸਾਈਡਸ ਲੈ ਲਈਏ ਜਿਹੜੇ ਸੇਮ ਆਰਡਰ ਦੇ ਵਿੱਚ ਹੋਣ ਤਾਂ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਆ ਉਹ ਥਰਡ ਸਾਈਡ ਦੁਆਰਾ ਦੱਸਿਆ ਜਾਂਦਾ ਗਾ। ਥਰਡ ਸਾਈਡ ਓਪੋਜਿਟ ਆਰਡਰ ਦੇ ਵਿੱਚ ਹੋਣੀ ਚਾਹੀਦੀ ਹੈ। ਜਦੋਂ ਵੀ ਅਸੀਂ ਦੋ ਵੈਕਟਰਜ਼ ਨੂੰ ਐਡ ਕਰਨਾ ਗਾ ਤਾਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਵੀ ਜਿਹੜਾ ਵੈਕਟਰ P ਹੈਗਾ ਜਾਂ ਦੋ ਵੈਕਟਰ P ਅਤੇ Q ਨੇ, ਜਿਸ ਤਰ੍ਹਾਂ ਕਿ ਡਾਇਆਗ੍ਰਾਮ ਦੇ ਵਿੱਚ ਦਿਖਾਇਆ ਗਿਆ ਗਾ, ਇੱਕ ਵੈਕਟਰ ਦਾ ਹੈਡ ਦੂਸਰੇ ਵੈਕਟਰ ਦੀ ਟੇਲ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ, ਤਾਂ ਇਹ ਇੱਕੋ ਆਰਡਰ ਦੇ ਵਿੱਚ ਹੋ ਗਿਆ। ਅਤੇ ਜਿਹੜਾ ਥਰਡ ਵੈਕਟਰ ਹੈਗਾ ਉਹ ਓਪੋਜਿਟ ਆਰਡਰ ਦੇ ਵਿੱਚ ਹੋਣਾ ਚਾਹੀਦਾ ਗਾ, ਜਾਣੀ ਕਿ ਵੈਕਟਰ A ਦੀ ਟੇਲ ਅਤੇ ਵੈਕਟਰ R ਦੀ ਟੇਲ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਆ। ਤਾਂ ਇਹ ਰਿਜ਼ਲਟੈਂਟ ਵੈਕਟਰ ਦੱਸਦਾ ਗਾ। ਸਾਨੂੰ ਮੇਨ ਦੋ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਜਦੋਂ ਅਸੀਂ ਇਹਨਾਂ ਵੈਕਟਰਾਂ ਨੂੰ ਐਡ ਕਰਨਾ ਗਾ ਤਾਂ ਸਭ ਤੋਂ ਪਹਿਲਾਂ ਅਸੀਂ ਪਰਪੈਂਡੀਕੂਲਰ ਡਰਾ ਕਰਨਾ ਗਾ। ਪਰਪੈਂਡੀਕੂਲਰ ਡਰਾ ਕਰਨ ਤੋਂ ਬਾਅਦ ਪਾਇਥਾਗੋਰਸ ਨੂੰ ਯੂਜ ਕਰਨਾ ਗਾ, ਟ੍ਰਿਗਨੋਮੈਟਰੀ ਨੂੰ ਯੂਜ ਕਰਨਾ ਗਾ। ਟ੍ਰਿਗਨੋਮੈਟਰੀ ਦੇ ਰਾਹੀਂ ਅਸੀਂ ਸਾਈਡ BE ਅਤੇ ਸਾਈਡ CE ਨਿਕਾਲਣੀ ਹੈ, ਜਿਹੜੀ ਕਿ ਅਸੀਂ ਜਦੋਂ ਪਾਇਥਾਗੋਰਸ ਦਾ ਫਾਰਮੂਲਾ ਯੂਜ ਕਰਦੇ ਹਾਂ ਉਹਦੇ ਵਿੱਚ ਭਰੀ ਜਾਣੀ ਹੈ। ਸੋ ਇਹ ਤੁਹਾਡਾ ਟ੍ਰਾਇੰਗੂਲਰ ਲਾਅ ਆਫ ਵੈਕਟਰ ਐਡੀਸ਼ਨ ਸੀ। ਹੁਣ ਥੋੜ੍ਹੇ ਜਿਹੇ ਕੁਐਸਚਨ ਜੋ ਮੇਰੇ ਮਨ 'ਚ ਆਉਂਦੇ ਆ ਵੀ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝਾ ਕਰ ਲਈਆਂ ਜਾਈਏ। ਤਾਂ ਮੰਨ ਲਓ ਇੱਕ ਵੈਕਟਰ P ਤੁਹਾਡੇ ਕੋਲ 3 ਮੈਗਨੀਚਿਊਡ ਦਾ ਗਾ, ਤਾਂ Q ਵੈਕਟਰ ਤੁਹਾਡੇ ਕੋਲ 4 ਮੈਗਨੀਚਿਊਡ ਦਾ, ਤਾਂ ਰਿਜ਼ਲਟੈਂਟ ਵੈਕਟਰ ਕਿੰਨਾ ਹੋਊਗਾ? ਜੇ ਇਸ ਤਰ੍ਹਾਂ ਕੱਢਣਾ ਹੋਵੇ ਤਾਂ ਅਸੀਂ R ਦੇ ਵਿੱਚ ਉਹਨਾਂ ਦੀ ਵੈਲਿਊ ਭਰ ਦੇਵਾਂਗੇ ਅਤੇ ਜਿਹੜਾ ਉਹਨਾਂ ਵਿਚਕਾਰ ਐਂਗਲ ਬਣ ਰਿਹਾ ਹੈਗਾ ਉਸ ਦੀ ਵੈਲਿਊ ਭਰ ਕੇ ਅਸੀਂ ਉਸ ਦਾ ਰਿਜ਼ਲਟੈਂਟ ਆ ਜਿਹੜਾ ਉਹ ਕੱਢ ਸਕਦੇ ਹਾਂ। ਧੰਨਵਾਦ।